ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੀਐਸ ਟੈਟ 2023 ਦਾ ਜਿਹੜਾ ਸਿਲੇਬਸ ਹੈ ਆਪਾਂ ਉਸ ਰਿਗਾਰਡਿੰਗ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਦੀ ਸ਼ੁਰੂਆਤ ਕਰੀਏ, ਜੋ ਵੀ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਨੋਟੀਫਿਕੇਸ਼ਨ ਲਈ ਤੁਸੀਂ ਬੈਲ ਆਈਕਨ ਵੀ ਦਬਾਇਓ ਤਾਂ ਕਿ ਆਉਣ ਵਾਲੇ ਸਮੇਂ 'ਚ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਸਭ ਤੋਂ ਪਹਿਲਾਂ ਮਿਲੇ। ਸੋ ਆਓ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੀਐਸ ਟੈਟ 2023 ਇਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹ ਆ ਚੁੱਕਾ ਹੈ ਸਿਲੇਬਸ ਦਾ, ਜੋ ਕਿ ਤੁਸੀਂ ਪੀਐਸ ਟੈਟ ਦੀ ਜਿਹੜੀ ਓਫੀਸ਼ੀਅਲ ਸਾਈਟ ਹੈ ਜਿੱਥੇ ਅਸੀਂ ਹੁਣ ਐਗਜ਼ਾਮ ਫਿਲ ਕਰ ਰਹੇ ਹਾਂ, PSTET 2023.org, ਇੱਥੇ ਵੀ ਤੁਸੀਂ ਚੈੱਕ ਕਰ ਸਕਦੇ ਹਾਂ। ਸੋ ਆਪਾਂ ਹੁਣ ਗੱਲ ਕਰਦੇ ਹਾਂ ਪਹਿਲਾਂ ਸਿਲੇਬਸ ਦੀ। ਸੋ ਸਿਲੇਬਸ ਦੇ ਵਿੱਚ ਦੇਖੋ ਇਹਨਾਂ ਨੇ ਦੱਸਿਆ ਹੋਇਆ ਹੈ, ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ, ਇਹਦੇ ਵਿੱਚ ਪ੍ਰੋਪਰ ਉਹਨਾਂ ਨੇ ਸਿਲੇਬਸ ਪੇਪਰ 1 ਐਂਡ 2 ਦਾ ਦੱਸਿਆ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਆ ਕਿ ਪੇਪਰ 1 ਵਿਲ ਬੀ ਫॉर ਅ ਪਰਸਨ ਹੂ ਅਟੈਂਡ ਟੂ ਬੀ ਏ ਟੀਚਰ ਫॉर ਕਲਾਸ 1 to 5। ਸੋ ਜਿਹੜੇ ਵੀ ਇੱਕ ਕਲਾਸ ਤੋਂ 5ਵੀਂ ਕਲਾਸ ਤੱਕ, ਮਤਲਬ ਪਹਿਲੀ ਕਲਾਸ ਤੋਂ 5ਵੀਂ ਕਲਾਸ ਤੱਕ ਜਿਹੜਾ ਵੀ ਬੱਚੇ ਇਸ ਨੂੰ ਪੜ੍ਹਾਉਣਾ ਚਾਹੁੰਦੇ ਨੇ, ਜਿਹੜੇ ਕਿ ਟੀਚਰ ਬਣਨਾ ਚਾਹੁੰਦੇ ਨੇ, ਸੋ ਉਹ ਪੇਪਰ 1 ਹੈ ਉਹਨਾਂ ਨੇ ਪੇਪਰ 1 ਨੂੰ ਫੋਲੋ ਕਰਨਾ ਹੈ। ਠੀਕ ਹੈ। ਸੋ ਜਿਵੇਂ ਕਿ ਉਹਦੇ ਲਈ ਤੁਹਾਨੂੰ ਕੁਆਲੀਫਿਕੇਸ਼ਨ ਪਤਾ ਹੀ ਹੈ ਕਿ ਉਹ ਜਿਨ੍ਹਾਂ ਨੇ ETT ਕੋਰਸ ਜਿਹੜਾ ਹੈ ਉਹ ਕੀਤਾ ਹੋਇਆ ਉਹ ਇਸ ਦੇ ਲਈ ਐਲੀਜੀਬਲ ਨੇ। ਸੋ ਪੇਪਰ 2 ਲਈ ਜਿਹੜਾ ਹੈ ਉਹ ਕੀ ਹੈ, ਹੂ ਅਟੈਂਡ ਟੂ ਬੀ ਏ ਟੀਚਰ ਫॉर ਕਲਾਸ 6 to 8। ਠੀਕ ਹੈ ਨਾ। ਸੋ ਇਹਦੇ ਲਈ ਜਿਹੜੇ TGT ਹੁੰਦੇ ਨੇ, ਟ੍ਰੇਨਡ ਗ੍ਰੈਜੂਏਟ ਟੀਚਰ, ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਉਸ ਤੋਂ ਬਾਅਦ BEd ਕਰ ਰਹੇ ਨੇ, ਸੋ ਉਹਨਾਂ ਨੇ ਪੇਪਰ ਜਿਹੜਾ ਹੈ ਉਹ 2 ਭਰਨਾ ਹੈ ਨਾ। ਸੋ ਆਪਾਂ ਉਸ ਦੇ ਅਕੋਰਡਿੰਗ ਹੀ ਆਪਾਂ ਵਾਰੀ ਸਿਰ ਪਹਿਲਾਂ ਪੇਪਰ 1 ਅਤੇ ਫਿਰ ਪੇਪਰ 2 ਦੇ ਸਿਲੇਬਸ ਦੇ ਬਾਰੇ ਗੱਲ ਕਰਾਂਗੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੈ ਕਿ ਪੇਪਰ 1 ਫॉर ਕਲਾਸ 1 to 5 ਪ੍ਰਾਇਮਰੀ ਸਟੇਜ। ਸੋ ਟੋਟਲ ਜਿਹੜਾ ਡਿਊਰੇਸ਼ਨ ਹੈ ਜਿਹੜੀ ਹੈ ਉਹ 2.5 ਆਵਰਸ ਹੈ। ਠੀਕ ਹੈ। ਨੰਬਰ ਆਫ MCQ 150 ਕੁਐਸਚਨ ਤੁਹਾਡੇ ਕੋਲ ਪੁੱਛੇ ਜਾਣੇ ਨੇ। ਠੀਕ ਹੈ। ਸੋ ਪਹਿਲਾਂ ਤਾਂ ਚਾਈਲਡ CDP ਦੇ, ਚਾਈਲਡ ਡਿਵੈਲਪਮੈਂਟ ਦੇ 30 ਕੁਐਸਚਨ, ਲੈਂਗੁਏਜ ਦੇ, ਇੰਗਲਿਸ਼ ਦੇ, ਮੈਥਮੈਟਿਕਸ ਦੇ, ਕਿਉਂਕਿ ਜਿਹੜਾ ਪੇਪਰ 1 ਹੈ ਉਹਦੇ ਵਿੱਚ ਜਿਹੜਾ ਮੈਥ ਔਰ EVS ਜਿਹੜਾ ਹੈ ਉਹ ਹਰੇਕ ਨੂੰ ਆਉਣਾ ਹੀ ਆਉਣਾ ਹੈ, ਕਾਮਨ ਹੈ। ਸੋ ਇਸ ਤੋਂ ਬਾਅਦ ਜਿਹੜੀ ਇਨਵਾਇਰਮੈਂਟ ਹੈ ਇਹ ਵੀ ਆਉਣੀ ਹੈ। ਸੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਟੈਸਟ ਆਈਟਮ ਫॉर ਲੈਂਗੁਏਜ 1 ਵਿਲ ਫੋਕਸ ਔਨ ਰਿਲੇਟਿਡ ਟੂ ਦਾ ਮੀਡੀਅਮ ਆਫ ਇੰਸਟਰਕਸ਼ਨ। ਪੈਡਾਗੋਜੀ ਆਫ ਲੈਂਗੁਏਜ ਡਿਵੈਲਪਮੈਂਟ ਵੁੱਡ ਕਵਰ 45 to 50% ਆਫ ਦੀ ਟੈਸਟ ਆਈਟਮ। ਸੋ ਇਹ ਦੇਖੋ, ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਲੈਂਗੁਏਜ ਹੋਣੀ ਹੈ ਉਹਦੇ ਵਿੱਚ ਜਿਹੜੀ ਹੈ ਕਵਰ 45 to 50% ਆਫ ਦੀ ਟੈਸਟ ਆਈਟਮ। ਸੋ ਪੈਡਾਗੋਜੀ ਦੇ ਜਿਹੜੇ ਕੁਐਸਚਨ ਨੇ ਉਹ ਹਰ ਲੈਂਗੁਏਜ ਦੇ ਵਿੱਚ ਪੁੱਛੇ ਜਾਣੇ, ਜ਼ਰੂਰੀ ਨਹੀਂ ਕਿ ਸਿਰਫ CDP ਦੇ ਵਿੱਚ ਹੀ ਪੁੱਛੇ ਜਾਣਗੇ। ਇਹ ਹੁਣ ਜਿਹੜੀ ਪੈਡਾਗੋਜੀ ਹੈ ਇਹ ਹਰੇਕ ਜਗ੍ਹਾ ਦੇ ਵਿੱਚ ਪੁੱਛੀ ਜਾਂਦੀ। ਜਿਵੇਂ ਮੈਥਸ ਔਰ ਸਾਇੰਸ ਦੇ ਵਿੱਚ ਵੀ ਪੈਡਾਗੋਜੀ ਦੇ ਰਿਗਾਰਡਿੰਗ ਕੁਐਸਚਨਸ ਹੁੰਦੇ ਨੇ, ਸੋ ਇਹ ਲੈਂਗੁਏਜ ਦੇ ਵਿੱਚ ਵੀ ਹੋਣਗੇ। ਸੋ ਇੰਗਲਿਸ਼ ਦੇ ਵਿੱਚ ਵੀ ਸੇਮ ਜਿਵੇਂ ਦੇਖ ਸਕਦੇ 45 to 50%। ਸੋ ਦੇਖੋ ਇੱਥੇ ਜਿਹੜੀ ਇੰਪੋਰਟੈਂਟ ਚੀਜ਼ ਇਹਨਾਂ ਨੇ ਆਪ ਹੀ ਦੱਸੀ ਹੋਈ ਹੈ ਕਿ ਟੈਸਟ ਇਨ ਮੈਥਮੈਟਿਕਸ ਐਂਡ ਇਨਵਾਇਰਮੈਂਟਲ ਸਟੱਡੀ ਫੋਕਸ ਔਨ ਦਾ ਕੰਸੈਪਟ ਐਂਡ ਪ੍ਰੋਬਲਮ ਸੋਲਵਿੰਗ ਐਬਿਲਿਟੀਜ਼। ਸੋ ਤੁਸੀਂ ਲਾਸਟ ਦੇ ਵਿੱਚ ਦੇਖੋ ਦੇਖ ਸਕਦੇ ਹੋ ਕਿ ਸਿਲੇਬਸ ਆਫ ਦੈਟ ਸਬਜੈਕਟ prescribed for class 1 to 5 by education department government of ਪੰਜਾਬ NCERT। ਸੋ ਤੁਸੀਂ ਮਤਲਬ ਜਿਹੜੀ ਪਹਿਲੀ ਕਲਾਸ ਤੋਂ 5ਵੀਂ ਕਲਾਸ ਤੱਕ ਹੈ ਜੋ NCERT ਦੀਆਂ ਬੁੱਕਸ ਹੈ, ਸੋ ਤੁਸੀਂ ਉਹ ਰੀਡ ਕਰ ਸਕਦੇ ਆ। ਉਹਦੇ ਵਿੱਚੋਂ ਹੀ ਜਿਹੜਾ ਸਿਲੇਬਸ ਹੈ ਸਾਰਾ ਪੁੱਛਿਆ ਜਾਣਾ ਹੈ। ਕੁਐਸਚਨ ਆਫ ਇਨ ਦ ਟੈਸਟ ਪੇਪਰ 1 ਵਿਲ ਬੀ ਬੇਸਡ ਔਨ ਟੋਪਿਕ ਪ੍ਰਸਕ੍ਰਾਈਬਡ ਇਨ ਦਾ ਸਿਲੇਬਸ ਆਫ ਕਲਾਸ 1 to 5। ਸੋ ਇੱਦਾਂ ਹੀ ਦੇਖੋ ਪੇਪਰ 2 ਹੈ, ਪੇਪਰ 2 ਲਈ ਵੀ ਸੇਮ ਚੀਜ਼ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਆ ਫॉर ਕਲਾਸ 6 to 8। ਠੀਕ ਹੈ। ਇਹਦੇ ਵਿੱਚ ਵੀ ਤੁਹਾਨੂੰ 2.5 ਆਵਰ ਦਾ ਐਗਜ਼ਾਮ ਹੋਣਾ ਹੈ। 30 ਕੁਐਸਚਨ ਤੁਹਾਨੂੰ MCQs, ਲੈਂਗੁਏਜ 1, ਲੈਂਗੁਏਜ 2। ਉਸ ਤੋਂ ਬਾਅਦ ਜਿਨ੍ਹਾਂ ਦੇ ਕੋਲ ਤਾਂ ਮੈਥ ਔਰ ਸਾਇੰਸ ਸਬਜੈਕਟ ਨੇ, ਠੀਕ ਹੈ ਨਾ, ਉਹਨਾਂ ਨੂੰ 60 ਨੰਬਰ ਦੀ ਮੈਥ ਸਾਇੰਸ ਆਉਣੀ ਹੈ, ਪਰ ਜਿਨ੍ਹਾਂ ਕੋਲ SST ਹੈ ਉਹਨਾਂ ਨੂੰ 60 ਨੰਬਰ ਦੀ ਉਹਨਾਂ ਨੂੰ ਸੋਸ਼ਲ ਸਟੱਡੀ ਆਉਣੀ ਹੈ। ਸੋ ਇਹ ਤੁਸੀਂ ਚੀਜ਼ ਦਾ ਧਿਆਨ ਰੱਖਣਾ। ਸਾਡੇ ਕੋਲ ਜਿਵੇਂ ਲਿਖਿਆ ਹੋਇਆ ਹੈ ਫॉर ਸੋਸ਼ਲ ਸਟੱਡੀ ਸੋਸ਼ਲ ਸਾਇੰਸ ਟੀਚਰ 60 MCQs। ਸੋ ਇਹਦੇ ਵਿੱਚ ਕੁਝ ਦੱਸਿਆ ਹੋਇਆ ਕਿ ਨੇਚਰ ਐਂਡ ਸਟੈਂਡਰਡ ਆਫ ਕੁਐਸਚਨ, ਸੇਮ ਜਿਹੜੀ ਚੀਜ਼ ਪਹਿਲਾਂ ਲਿਖੀ ਹੈ ਕਿ 40 to 45% ਜਿਹੜੀ ਉਹ ਪੈਡਾਗੋਜੀ ਦੇ ਰਿਗਾਰਡਿੰਗ ਆਉਣੀ ਹੈ, ਤੁਸੀਂ ਦੇਖ ਸਕਦੇ ਹਾਂ। ਸੋ ਇਸ ਤੋਂ ਬਾਅਦ ਜਿਹੜਾ ਆਪਾਂ ਸਿਲੇਬਸ ਦੀ ਹੁਣ ਥੋੜ੍ਹੀ ਗੱਲ ਕਰ ਰਹੀ ਹੈ ਕਿ ਪੇਪਰ 1 ਦੇਖੋ, ਜਿਹੜਾ ਪੇਪਰ 1 ਹੈ ਉਹਦੇ ਅਕੋਰਡਿੰਗ ਜਿਹੜਾ ਸਿਲੇਬਸ ਹੈ ਉਹਦੇ ਵਿੱਚ
ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ 30 ਕੁਐਸਚਨ, ਜਿਹਦੇ ਵਿੱਚ ਤੁਹਾਨੂੰ ਕੀ ਸਿਲੇਬਸ ਤੁਸੀਂ ਹੁਣ ਪੜ੍ਹਨਾ ਹੈ, ਜਿਹੜੀ ਮੇਨ ਚੀਜ਼ ਹੈ ਹੁਣ ਸੁਣਨ ਵਾਲੀ ਉਹ ਕੀ ਹੈ ਕਿ ਕੰਸੈਪਟ ਆਫ ਡਿਵੈਲਪਮੈਂਟ ਐਂਡ ਰਿਲੇਸ਼ਨਸ਼ਿਪ ਵਿਦ ਲਰਨਿੰਗ, ਪ੍ਰਿੰਸੀਪਲ ਆਫ ਡਿਵੈਲਪਮੈਂਟ, ਇਨਫਲੂਐਂਸ ਆਫ ਹੈਰੀਡਿਟੀ ਇਨਵਾਇਰਮੈਂਟ, ਸੋਸ਼ਲਾਈਜੇਸ਼ਨ ਪ੍ਰੋਸੈਸ। ਇਹਦੇ ਵਿੱਚ ਪਿਆਜੇ, ਕੋਹਲਬਰਗ, ਵਿਗੋਟਸਕੀ, ਇਹਨਾਂ ਸਾਰੀਆਂ ਦੇ ਜਿਹੜੀਆਂ ਥਿਊਰੀਜ਼ ਨੇ ਇਹ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ। ਕੰਸੈਪਟ ਆਫ ਚਾਈਲਡ ਸੈਂਟਰਡ, ਮਲਟੀ ਡਾਇਮੈਂਸ਼ਨਲ ਲੈਂਗੁਏਜ ਐਂਡ ਥਾਟ। ਸੋ ਮਤਲਬ ਇਹ ਸਾਰਾ ਤੁਸੀਂ ਇਹਦੇ ਵਿੱਚ ਦੇਖ ਸਕਦੇ ਆ। ਇਨਕਲੂਸਿਵ ਐਜੂਕੇਸ਼ਨ ਅੰਡਰਸਟੈਂਡਿੰਗ, addressing the need of children, addressing the talented, creative, specially abled learner। ਸੋ ਲਰਨਿੰਗ ਐਂਡ ਪੈਡਾਗੋਜੀ ਰਿਗਾਰਡਿੰਗ ਤੁਹਾਨੂੰ ਕੁਐਸਚਨ ਪੁੱਛੇ ਜਾਣੇ ਨੇ। ਕੋਗਨੀਸ਼ਨ, ਮੋਟੀਵੇਸ਼ਨ। ਸੋ ਜਿਹੜੀ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਸੀਟੈਟ ਦੇ ਵਿੱਚ ਵੀ ਜਿਹੜੀ ਆਉਂਦੀ ਹੈ ਆਪਾਂ ਨੂੰ CDP, ਸੋ ਕਾਫੀ ਹੱਦ ਤੱਕ ਉਹੀ ਹੁੰਦੀ ਹੈ, ਥੋੜ੍ਹਾ ਬਹੁਤਾ ਚੇਂਜਸ ਹੁੰਦਾ ਹੈ। ਸੋ ਇਸ ਤੋਂ ਬਾਅਦ ਦੇਖੋ ਪੰਜਾਬੀ ਲੈਂਗੁਏਜ ਹੈ। ਪੰਜਾਬੀ ਲੈਂਗੁਏਜ ਦੇ ਵਿੱਚ ਦੇਖੋ ਪੈਡਾਗੋਜੀ ਆਫ ਲੈਂਗੁਏਜ ਪਹਿਲੇ ਨੰਬਰ 'ਤੇ ਆਇਆ। ਸੋ ਉਸ ਤੋਂ ਪਹਿਲਾਂ ਜਿਹੜੀ ਚੀਜ਼ ਹੈ ਉਹ ਕੀ ਹੈ ਕਿ 2 ਪੈਸੇਜਿਸ, 1 ਪ੍ਰੋਜ਼ ਜਾਂ ਡਰਾਮਾ, 1 ਪੋਇਮ ਵਿਦ ਕੁਐਸਚਨ ਔਨ ਕੰਪਰੀਹੈਂਸ਼ਨ। ਤੁਹਾਨੂੰ ਪੰਜਾਬੀ ਦੇ ਵਿੱਚ ਕੀ ਆ ਸਕਦਾ, ਇੱਕ ਪੈਰਾਗ੍ਰਾਫ ਆ ਸਕਦਾ ਹੈ, ਪਲੱਸ ਨਾਲ ਤੁਹਾਨੂੰ ਇੱਕ ਪੋਇਮ ਦਾ, ਤੁਹਾਨੂੰ ਕਵਿਤਾ ਦਾ ਇੱਕ ਜਿਹੜਾ ਪੈਰਾਗ੍ਰਾਫ ਆ ਸਕਦਾ ਹੈ, ਜਿਹਦੇ ਵਿੱਚੋਂ ਤੁਸੀਂ ਕੁਐਸਚਨ ਲੱਭਣੇ ਹੋਣੇ ਆ। ਠੀਕ ਹੈ। ਸੋ ਦੇਖੋ ਗ੍ਰਾਮਰ ਰਿਲੇਟਡ ਕੁਐਸਚਨ, ਵਰਬਲ ਐਬਿਲਿਟੀ। ਸੋ ਪੈਡਾਗੋਜੀ ਦੇ ਤਾਂ ਆਣੇ ਹੀ ਆਣੇ ਨੇ। ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ ਲੈਂਗੁਏਜ ਸਕਿੱਲ ਮਟੀਰੀਅਲ, ਟੈਕਸਟ ਬੁੱਕ ਮਟੀਰੀਅਲ, ਮਲਟੀਮੀਡੀਆ, ਸੋਨੋਮੀਡੀਅਲ ਟੀਚਿੰਗ। ਸੋ ਲੈਂਗੁਏਜ ਟੂ ਇੰਗਲਿਸ਼ ਦੇ ਵਿੱਚ ਵੀ ਸੇਮ ਚੀਜ਼ ਨੇ, ਕੰਪਰੀਹੈਂਸ਼ਨ, ਪ੍ਰੋਜ਼ ਆਪਣਾ ਔਰ ਕੰਪਰੀਹੈਂਸ਼ਨ ਆਉਣਾ ਹੈ। ਸੋ ਤੁਸੀਂ ਇਹ ਸਾਰਾ ਦੇਖ ਸਕਦੇ ਆ। ਮੈਥਸ, ਸੋ ਜਿਹੜਾ ਮੈਥਸ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਪਹਿਲੇ ਦੇ ਵਿੱਚ ਜਿਓਮੈਟਰੀ, ਸ਼ੇਪਸ, ਸੋਲਿਡ ਅਰਾਊਂਡ ਅਸ, ਨੰਬਰ, ਐਡੀਸ਼ਨ, ਸਬਟਰੈਕਸ਼ਨ। ਮਤਲਬ ਜਿਹੜਾ ਪੇਪਰ 1 ਹੈ ਉਹਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਮੈਥਮੈਟਿਕਸ ਹੈ ਉਹ ਬਹੁਤ ਈਜ਼ੀ ਹੁੰਦਾ ਹੈ। ਸੋ ਲੈਵਲ ਜਿਹੜਾ ਹੈ ਉਹਦਾ ਈਜ਼ੀ ਹੁੰਦਾ ਹੈ। ਸੋ ਜ਼ਿਆਦਾ ਸਾਨੂੰ ਕਰਨ ਦੀ ਲੋੜ ਨਹੀਂ। ਅਸੀਂ ਦੇਖ ਸਕਦੇ ਹਾਂ ਨੰਬਰਸ, ਐਡੀਸ਼ਨ, ਮਲਟੀਪਲੀਕੇਸ਼ਨ। ਸੋ ਜਿਹੜੇ ਆਪਾਂ ਦੇਖ ਸਕਦੇ ਹਾਂ ਇੱਕ ਜਿਹੜੇ ਡਿਵੀਜ਼ਨ ਰਿਲੇਟਡ, ਮੈਜਰਮੈਂਟ, ਵੇਟ, ਟਾਈਮ, ਵੋਲੀਊਮ, ਡਾਟਾ ਹੈਂਡਲਿੰਗ। ਸੋ ਇਹ ਸਾਰੇ ਜਿਹੜੇ ਹੈ ਇਹ ਤੁਹਾਨੂੰ ਇਹਦੇ ਵਿੱਚ ਕੁਐਸਚਨ ਪੁੱਛੇ ਜਾਣੇ ਨੇ। ਇਨਵਾਇਰਮੈਂਟਲ ਦੇ ਵਿੱਚ ਦੇਖੋ ਇਹਨਾਂ ਨੇ ਸਾਫ਼ ਸਾਨੂੰ ਦੱਸ ਦਿੱਤਾ ਹੈ ਫੂਡ, ਸ਼ੈਲਟਰ, ਵਾਟਰ, ਟਰੈਵਲ। ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਇਹ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਆ। ਮੈਂ ਇਹ ਜਿਹੜੀ PDF ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਜਿਹੜੀ ਇਹ ਅਪਲੋਡ ਕਰ ਦਾਂਗਾ। ਸੋ ਤੁਸੀਂ ਉੱਥੇ ਵੀ ਤੁਸੀਂ ਦੇਖ ਸਕਦੇ ਆ। ਸੋ ਦੇਖੋ ਹੁਣ ਵਾਰੀ ਆਈ ਹੈ ਪੇਪਰ 2 ਦੀ। ਪੇਪਰ 2 ਦੇ ਵਿੱਚ ਜਿਹੜਾ ਹੁਣ ਦੇਖਣ ਵਾਲੀ ਚੀਜ਼ ਹੈ, ਚਾਈਲਡ ਡਿਵੈਲਪਮੈਂਟ ਬਿਲਕੁਲ ਸੇਮ ਹੈ ਪੇਪਰ 1 ਦੀ ਤਰ੍ਹਾਂ। ਠੀਕ ਹੈ, ਉਹੀ ਸਾਰੀਆਂ ਥਿਊਰੀਜ਼ ਨੇ। ਲੈਂਗੁਏਜ ਪੰਜਾਬੀ ਸੇਮ ਉਹੀ, ਇੱਕ ਪੈਰਾ ਆਉਣਾ ਹੈ ਤੁਹਾਨੂੰ, ਗ੍ਰਾਮਰ ਆਉਣੀ ਹੈ, ਵਰਬਲ। ਠੀਕ ਹੈ। ਸੋ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਵੀ ਸੇਮ ਹੈ, ਉਸੇ ਤਰ੍ਹਾਂ ਹੀ ਹੈ। ਸੋ ਇੱਥੇ ਮੈਥ ਦੇ ਵਿੱਚ ਬਸ ਫਰਕ ਹੈ। ਮੈਥ ਜਿਹਦੇ ਵੱਲ ਆਪਾਂ ਮੈਥ ਸਾਇੰਸ ਦੇ ਵਿੱਚ ਧਿਆਨ ਦੇਣੇ, ਕਿਉਂਕਿ ਇਹਦੇ ਵਿੱਚੋਂ ਹੀ ਨੰਬਰ ਕਈ ਵਾਰ ਸਾਡੇ ਘੱਟ ਜਾਂਦੇ ਨੇ। ਸੋ ਦੇਖੋ ਇਹਦੇ ਵਿੱਚ ਕੀ ਹੈ, ਨੋਇੰਗ ਅਵਰ ਨੰਬਰਸ, ਪਲੇਇੰਗ ਵਿਦ ਨੰਬਰਸ, ਹੋਲ ਨੰਬਰ, ਨੈਗੇਟਿਵ ਨੰਬਰ, ਇੰਟੀਜਰ, ਐਲਜੈਬਰਾ। ਇਹਦੇ ਵਿੱਚ ਪੇਪਰ 1 ਨਾਲੋਂ ਥੋੜ੍ਹਾ ਜਿਹਾ ਟਫ ਹੁੰਦਾ ਹੈ, ਥੋੜ੍ਹਾ ਜਿਹਾ ਲੈਵਲ। ਰੇਸ਼ੋ ਐਂਡ ਪ੍ਰਪੋਰਸ਼ਨ, ਜਿਓਮੈਟਰੀ, ਮੈਂਸੂਰੇਸ਼ਨ ਜਿਹੜੇ ਹੈਗੇ ਉਹਦੇ ਰਿਗਾਰਡਿੰਗ ਤੁਹਾਨੂੰ ਸਾਰੇ ਚੀਜ਼ਾਂ ਉਹਦੇ ਵਿੱਚੋਂ ਪੁੱਛੀਆਂ ਜਾਣਗੀਆਂ। ਡਾਟਾ ਹੈਂਡਲਿੰਗ ਪਲੱਸ ਪੈਡਾਗੋਜੀ। ਸੋ ਪੈਡਾਗੋਜੀ ਨੇ ਹਮੇਸ਼ਾ ਤੁਹਾਡੇ ਨਾਲ ਰਹਿਣਾ ਹੀ ਰਹਿਣਾ ਹੈ ਜਦ ਤੱਕ ਅਸੀਂ B.Ed ਦੇ ਰਿਗਾਰਡਿੰਗ, ਟੀਚਿੰਗ ਦੇ ਰਿਗਾਰਡਿੰਗ ਅਸੀਂ ਸਕੂਲ ਲੈਵਲ ਦੇ ਵਿੱਚ ਕੋਈ ਵੀ ਐਗਜ਼ਾਮ ਦੇ ਰਹੇ ਹਾਂ, ਪੈਡਾਗੋਜੀ ਨੇ ਹਮੇਸ਼ਾ ਸਾਡੇ ਨਾਲ ਰਹਿਣਾ ਹੈ। ਸੋ ਸਾਇੰਸ ਦੇ ਵਿੱਚ ਵੀ ਇਹਨਾਂ ਨੇ ਪ੍ਰੋਪਰ ਦੱਸਿਆ ਹੋਇਆ ਹੈ। ਸਾਇੰਸ ਦੇ ਵਿੱਚ ਕੀ ਹੈ, ਫੂਡ, ਸੋਰਸ ਆਫ ਫੂਡ, ਕੰਪੋਨੈਂਟ ਫੂਡ, ਕਲੀਨਿੰਗ ਫੂਡ, ਮਟੀਰੀਅਲ ਦੇ ਵਿੱਚ ਦੇਖੋ ਡੇਲੀ ਯੂਜ਼, ਵਰਲਡ ਆਫ ਦੀ ਲਿਵਿੰਗ ਮੂਵਿੰਗ ਥਿੰਗ, ਪਿਊਪਲ, ਆਈਡੀਆਜ਼, ਹਾਊ ਥਿੰਗਸ ਵਰਕ, ਇਲੈਕਟ੍ਰਿਕ ਕਰੰਟ, ਮੈਗਨੇਟ, ਨੈਚੁਰਲ ਫਿਨੋਮੀਨਾ, ਨੈਚੁਰਲ ਰਿਸੋਰਸਿਸ ਅਤੇ ਪਲੱਸ ਪੈਡਾਗੋਜੀ। ਸੋ SST ਲਈ ਵੀ ਸਾਰਿਆਂ ਨੇ ਇੱਥੇ ਦੱਸਿਆ ਹੋਇਆ ਹੈ। SST ਦੇ ਵਿੱਚ ਵੀ ਕੀ ਹੈ, ਵੈਨ, ਵੇਅਰ, ਹਾਊ, ਅਰਲੀਸਟ ਸੁਸਾਇਟੀਜ਼, ਫਸਟ ਸਿਟੀਜ਼, ਅਰਲੀ ਸਟੇਟਸ। ਸੋ ਤੁਸੀਂ ਇਹਦੇ ਵਿੱਚ ਸਾਰਾ ਦੇਖ ਸਕਦੇ ਹੋ ਸਿਲੇਬਸ। ਸੋ ਇਹਦੇ ਅਕੋਰਡਿੰਗ ਅਗਰ ਤੁਸੀਂ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਕਾਫੀ ਜ਼ਿਆਦਾ ਇਹਦੇ ਵਿੱਚੋਂ ਹੈਲਪ ਮਿਲੇਗੀ। ਪਲੱਸ ਸੋ ਮੈਂ ਇੱਕ ਚੀਜ਼ ਇਹ ਦੱਸ ਦੇਵਾਂ ਕਿ ਤਿਆਰੀ ਲਈ ਜਿਹੜੀਆਂ ਬੁੱਕਸ ਨੇ, ਸੋ ਤੁਸੀਂ ਦੇਖ ਸਕਦੇ ਆ ਅਗਰ ਤਾਂ B.Ed ਅਗਰ ਕੋਈ ਹਜੇ ਕਰ ਰਿਹਾ ਹੈ, ਪਰਸਿਊ ਕਰ ਰਿਹਾ ਹੈ, ਸੋ ਉਹਦੇ ਵਿੱਚ ਜਿਹੜੀ ਫਸਟ ਸਮੈਸਟਰ ਦੇ ਵਿੱਚ ਇੱਕ
ਅੰਡਰਸਟੈਂਡਿੰਗ ਲਰਨਿੰਗ ਬੁੱਕ ਲੱਗਦੀ ਹੈ, ਉਹਦੇ ਵਿੱਚ ਸਾਰੀਆਂ ਥਿਊਰੀਜ਼ ਹੁੰਦੀ ਨੇ। ਸੋ CDP ਦੇ ਰਿਗਾਰਡਿੰਗ ਨੇ ਉਹ ਬੈਸਟ ਬੁੱਕ ਹੈ, ਉਹਦੇ ਵਿੱਚ ਤੁਸੀਂ CDP ਦੀ ਬੜੀ ਵਧੀਆ ਤਿਆਰੀ ਕਰ ਸਕਦੇ ਆ। ਪਲੱਸ ਮੈਂ ਇਸ ਚੈਨਲ ਦੇ ਉੱਤੇ ਵੀ ਵੀਡੀਓਜ਼ ਅਪਲੋਡ ਕਰਾਂਗਾ, ਤੁਸੀਂ ਉਹਦੇ ਤੋਂ ਵੀ ਹੈਲਪ ਲੈ ਸਕਦੇ ਆ। ਅਤੇ ਉਸ ਤੋਂ ਬਾਅਦ ਲੈਂਗੁਏਜ ਲਈ ਪੰਜਾਬੀ ਔਰ ਇੰਗਲਿਸ਼, ਅਗਰ ਤੁਸੀਂ ਪੇਪਰ 2 ਦੀ ਤੁਸੀਂ ਤਿਆਰੀ ਕਰ ਰਹੇ ਹੋ, ਸੋ ਉਹਦੇ ਲਈ ਤੁਸੀਂ NCERT ਦੀਆਂ ਜਿਹੜੀਆਂ ਬੁੱਕਸ ਨੇ ਤੁਸੀਂ ਉਹਨਾਂ ਨੂੰ ਫੋਲੋ ਕਰੋ, ਤੁਹਾਡੇ ਲਈ ਬੈਸਟ ਨੇ 6 ਤੋਂ ਲੈ ਕੇ 8 ਤੱਕ। ਸੋ ਸਾਇੰਸ ਲਈ ਵੀ ਇਸੇ ਤਰ੍ਹਾਂ ਹੀ, ਸਾਇੰਸ ਜਾਂ ਮੈਥ ਲਈ ਤੁਸੀਂ ਸਾਇੰਸ ਐਂਡ ਮੈਥ ਲਈ ਵੀ ਤੁਸੀਂ ਜਿਹੜੀ 6 ਤੋਂ ਲੈ ਕੇ 8th ਤੱਕ ਦੀਆਂ ਜਿਹੜੀਆਂ ਬੁੱਕਸ ਨੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ। ਮਤਲਬ ਪੇਪਰ ਉਹਦੇ ਵਿੱਚੋਂ ਬਾਹਰ ਨਹੀਂ ਜਾਣਾ। ਸੋ ਇਹਨਾਂ ਨੂੰ ਹੀ ਤੁਸੀਂ ਪ੍ਰੋਪਰ ਨੋਟਸ ਬਣਾ ਕੇ ਅਗਰ ਤੁਸੀਂ ਉਸਦੀ ਤਿਆਰੀ ਕਰੋ ਤਾਂ ਤੁਹਾਡੇ ਲਈ ਬਹੁਤ ਉਸਦੀ ਹੈਲਪ ਮਿਲੇਗੀ। ਸੋ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਬਣਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸੋ ਚੈਨਲ ਨੂੰ ਬਸ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਥ ਰਿਗਾਰਡਿੰਗ, CDP ਰਿਗਾਰਡਿੰਗ, ਪੰਜਾਬੀ, ਇਹਨਾਂ ਸਾਰਿਆਂ ਦੇ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਨੇ ਉਹਨਾਂ ਦੀ ਰਿਗਾਰਡਿੰਗ ਮੈਂ ਜਿਹੜੇ ਪ੍ਰੀਵੀਅਸ ਈਅਰ ਦੇ ਵਿੱਚ ਕੁਐਸਚਨਸ ਆਏ ਨੇ, ਸੋ ਮੈਂ ਉਹਨਾਂ ਨੂੰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਲਦ ਹੀ ਅਪਲੋਡ ਕਰਾਂਗਾ। ਕਿਉਂਕਿ ਇਹਦੇ ਵਿੱਚ ਜਿਹੜਾ ਬੈਸਟ ਤਰੀਕਾ ਉਹ ਇਹੀ ਹੈ ਕਿ ਪੇਪਰ ਨੂੰ ਜਿਹੜਾ ਐਨਾਲਾਈਜ਼ ਕਰਨਾ ਉਹ ਬੈਸਟ ਹੈ। ਐਨਾਲਾਈਜ਼ ਤੋਂ ਬਿਨਾਂ ਸਾਡਾ ਪੇਪਰ ਜਿਹੜਾ ਹੈ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੋ ਤੁਸੀਂ ਪਹਿਲਾਂ ਪੇਪਰ ਨੂੰ ਐਨਾਲਾਈਜ਼ ਕਰਿਓ, ਆਪਾਂ ਪ੍ਰੀਵੀਅਸ ਈਅਰ ਦੇ ਕੁਐਸਚਨ ਦੇ ਹੈਲਪ ਦੇ ਨਾਲ ਆਪਾਂ ਇਹ ਕਰਾਂਗੇ। ਸੋ ਫਿਰ ਤੋਂ ਇੱਕ ਵਾਰ ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।